ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਠੰਡ ਦੇ ਮੌਸਮ ਦੇ ਵਿੱਚ ਔਰ ਛੁੱਟੀ ਵਾਲੇ ਦਿਨ ਵੀ ਜਿਹੜਾ ਹੈਗਾ ਆਏ ਹੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਨੇ ਅਨਮੋਲ ਗਗਨਮਾਨ ਜੀ, ਸਾਡੇ ਯੂਥ ਵਿੰਗ ਦੇ ਕੋ ਪ੍ਰੈਜ਼ੀਡੈਂਟ। ਅੱਜ ਦੋ ਬੜੇ ਇੰਪੋਰਟੈਂਟ ਮੁੱਦਿਆਂ ਤੇ ਤੁਹਾਡੇ ਨਾਲ ਗੱਲ ਕਰਨੀ ਹੈ। ਸਭ ਤੋਂ ਪਹਿਲਾ ਜਿਹੜਾ ਹੈਗਾ ਮੁੱਦਾ ਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ ਹੈਗੇ ਲਗਾਤਾਰ ਕਦੇ ਭਗਵੰਤ ਮਾਨ ਜੀ ਨੂੰ ਨਿਸ਼ਾਨਾ ਬਣਾਉਂਦੇ ਨੇ, ਕਦੇ ਅਰਵਿੰਦ ਕੇਜਰੀਵਾਲ ਜੀ ਨੂੰ ਨਿਸ਼ਾਨਾ ਬਣਾਉਂਦੇ ਨੇਗੇ। ਲਗਾਤਾਰ ਗੈਰ ਵਾਜਬ ਗੈਰ ਜ਼ਿੰਮੇਵਾਰ ਸਟੇਟਮੈਂਟਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਕਰਦੇ ਰਹਿੰਦੇ ਨੇਗੇ। ਇੱਕ ਵਾਰ ਵੀ ਉਹਨਾਂ ਦਾ ਆਪਣਾ ਇੱਕ ਵੀ ਬਿਆਨ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਖਿਲਾਫ, ਬੀਜੇਪੀ ਦੇ ਖਿਲਾਫ, ਮੋਦੀ ਸਾਹਿਬ ਦੇ ਖਿਲਾਫ, ਅਮਿਤ ਸ਼ਾਹ ਦੇ ਖਿਲਾਫ, ਤੋਮਰ ਸਾਹਿਬ ਦੇ ਖਿਲਾਫ, ਇਹਨਾਂ ਬਿੱਲਾਂ ਨੂੰ ਲੈ ਕੇ ਇੱਕ ਵੀ ਬਿਆਨ ਨਹੀਂ ਆਇਆ। ਇੱਕ ਵੀ ਜਿਹੜੀ ਆ ਉਹਨਾਂ ਨੇ ਮੀਟਿੰਗ ਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਕੀਤੀ, ਨਾ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨਾਲ ਕੀਤੀ। ਜੇ ਇੱਕ ਕੀਤੀ ਹੋਮ ਮਿਨਿਸਟਰ ਨਾਲ, ਉਹਦਾ ਕੀ ਸਿੱਟਾ ਨਿਕਲਿਆ ਆਪਾਂ ਸਭ ਨੂੰ ਪਤਾ ਗਾ। ਇਹ ਗੈਰ ਜ਼ਿੰਮੇਵਾਰ ਨਾਲ ਬਿਆਨਬਾਜ਼ੀ ਲਗਾਤਾਰ ਕੈਪਟਨ ਸਾਹਿਬ ਕਿਉਂ ਕਰ ਰਹੇ ਨੇਗੇ? ਕਿਉਂਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੈਂਟਰ ਹਾਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਘੇਰਿਆ ਸੀਗਾ। ਪ੍ਰਧਾਨ ਮੰਤਰੀ ਸਾਹਿਬ ਤੋਂ ਜਵਾਬ ਮੰਗਿਆ ਸੀਗਾ ਕਿ ਕਾਲੇ ਕਾਨੂੰਨ ਨੇ ਜਿਹੜੇ 3 ਕਾਲੇ ਕਾਨੂੰਨ ਜਿਨ੍ਹਾਂ ਦੀ ਮੈਂ ਸਮਝਦਾ ਜਿਹਨਾਂ ਨੂੰ ਲੈ ਕੇ ਆਉਣ ਦੀ ਕੋਈ ਜ਼ਰੂਰਤ ਨਹੀਂ ਸੀਗੀ, ਜਿਹੜੇ ਕਿ ਅਡਾਨੀਆਂ ਅਵਾਨੀਆਂ ਜਿਹੜੇ ਕਿ ਕਾਰਪੋਰੇਟ ਘਰਾਣਿਆਂ ਦੇ ਕਰਕੇ ਲੈ ਕੇ ਆਉਂਦੇ ਨੇਗੇ, ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਹ ਗੱਲ ਬਾਖੂਬੀ ਤੁਸੀਂ ਵੀ ਸਾਰਿਆਂ ਨੇ ਦਿਖਾਈ ਕਿ ਕਿਸ ਤਰ੍ਹਾਂ ਸੰਜੇ ਸਿੰਘ ਜੀ, ਕਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਜਿਹੜਾ ਦੇਸ਼ ਦੀ ਜੇ ਸੈਂਟਰ ਹਾਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਘੇਰਿਆ। ਇਸ ਤੋਂ ਪਹਿਲਾਂ ਜਦੋਂ ਸ਼ੁਰੂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਗਾ ਕਿ ਤੁਹਾਡੇ ਜ਼ਰੀਏ ਪਹਿਲੀ ਪ੍ਰੈਸ ਕਾਨਫਰੰਸ ਇਸੇ ਜਗ੍ਹਾ ਦੇ ਉੱਤੇ ਸਾਡੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੀ ਸਮੁੱਚੀ ਲੀਡਰਸ਼ਿਪ ਵੱਲੋਂ ਇਸੇ ਜਗ੍ਹਾ ਤੇ ਕੀਤੀ ਗਈ ਸੀ। ਇਹਨਾਂ 3 ਕਾਲੇ ਕਾਨੂੰਨਾਂ ਦਾ ਅਸੀਂ ਉਸ ਸਮੇਂ ਵਿਰੋਧ ਕੀਤਾ ਸੀਗਾ ਪਹਿਲੇ ਦਿਨ। ਉਸ ਤੋਂ ਬਾਅਦ ਦੂਜੀਆਂ ਰਾਜਨੀਤਿਕ ਪਾਰਟੀਆਂ ਕਰਦੀਆਂ ਨੇਗੀਆਂ, ਪਰ ਲੇਕਿਨ ਆਮ ਆਦਮੀ ਪਾਰਟੀ ਦੇ ਸਟਾਰਟ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਸਟੈਂਡ ਲਿਆ ਸੀ, ਸਖਤ ਸਟੈਂਡ ਸੀਗਾ। ਉਹ ਸਟੈਂਡ ਜਿਹੜਾ ਹੈਗਾ ਅੱਜ ਤੱਕ ਬਾਖੂਬੀ ਉਸੇ ਤਰ੍ਹਾਂ ਗਾ। ਅੱਜ ਵੀ ਜਿਹੜੇ ਪੰਜਾਬ ਦੇ ਜਿੰਨੇ ਵੀ ਸਾਡੇ ਵਲੰਟੀਅਰ ਨੇ, ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ, ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਅਧੀਨ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਸਾਨੂੰ ਡੇ 1 ਤੋਂ ਕਿਹਾ ਹੋਇਆ ਗਾ, ਜਦੋਂ ਦੇ ਕਿਸਾਨ ਦਿੱਲੀ ਗਏ ਨੇ 25-26 ਤਰੀਕ ਨੂੰ ਜਦੋਂ ਕਿਸਾਨ ਦਿੱਲੀ ਗਏ ਸੀ, ਉਸੇ ਦਿਨ ਤੋਂ ਸਾਨੂੰ ਸਖਤ ਹਦਾਇਤਾਂ ਨੇਗੀਆਂ ਕਿ ਅਸੀਂ ਕਿਸਾਨਾਂ ਦੇ ਬਤੌਰ ਸੇਵਾਦਾਰ, ਚਾਹੇ ਉਹ ਟਿੱਕਰੀ ਬਾਰਡਰ ਆ, ਚਾਹੇ ਉਹ ਸਿੰਘੂ ਬਾਰਡਰ ਆ, ਉੱਥੇ ਲਗਾਤਾਰ ਜਿਹੜਾ ਹੈਗਾ ਬੈਠ ਕੇ ਅਸੀਂ ਕਿਸਾਨਾਂ ਦੀ ਸੇਵਾ ਕਰੀਏ। ਚਾਹੇ ਤੁਹਾਨੂੰ ਪਤਾ ਗਾ, ਚਾਹੇ ਪਾਣੀ ਦੀ ਸਮੱਸਿਆ ਗਾ, ਚਾਹੇ ਜਿਹੜਾ ਹੈਗਾ ਉੱਥੇ ਟਾਇਲਟਸ ਦੀ ਸਮੱਸਿਆ ਦਾ ਹੱਲ ਕੀਤਾ ਗਾ, ਚਾਹੇ ਲੰਗਰ ਦੀ ਗੱਲ ਆ, ਚਾਹੇ ਦਵਾਈਆਂ ਦੀ ਗੱਲ ਆ, ਜਿਹੜਾ ਹੁਣ ਵਾਈਫਾਈ ਆ, ਜਿਹੜਾ ਇੱਕ ਨਵੀਂ ਜਿਹੜੀ ਗੱਲ ਆ ਕਿ ਹੁਣ ਉੱਥੇ ਵਾਈਫਾਈ ਪਹਿਲਾਂ ਸਿੰਘੂ ਬਾਰਡਰ 'ਤੇ ਲਵਾਇਆ ਸੀਗਾ, ਹੁਣ ਟਿੱਕਰੀ ਬਾਰਡਰ 'ਤੇ ਲਵਾਇਆ। ਕਿਉਂਕਿ ਬੀਜੇਪੀ ਦੀ ਸਰਕਾਰ, ਸੈਂਟਰ ਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਕਿਸਾਨਾਂ ਨੂੰ ਜਿਹੜੀਆਂ ਸਹੂਲਤਾਂ ਖੋਹ ਰਹੀ ਆ। ਕਿਸ ਤਰ੍ਹਾਂ ਜੈਮਰ ਲਾਏ ਗਏ ਸੀ ਉੱਥੇ ਤਾਂ ਕਿ ਕਿਸਾਨਾਂ ਦੇ ਫੋਨ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਦੀਆਂ ਨੇ ਜਾਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਹੁੰਦਾ ਗਾ, ਉਹ ਰੋਕਿਆ ਜਾ ਸਕੇ। ਪਰ ਲੇਕਿਨ ਆਮ ਆਦਮੀ ਪਾਰਟੀ ਨੇ ਬੜੇ ਅੱਛੇ ਤਰੀਕੇ ਦੇ ਨਾਲ ਦਿੱਲੀ ਦੇ ਸਿੰਘੂ ਬਾਰਡਰ 'ਤੇ, ਟਿੱਕਰੀ ਬਾਰਡਰ 'ਤੇ ਜਿਹੜੇ ਹੈਗੇ ਨੇਗੇ ਉੱਥੇ ਵਾਈਫਾਈ ਲਵਾ ਕੇ ਦਿੱਤੇ। ਤੁਹਾਨੂੰ ਸਭ ਨੂੰ ਪਤਾ ਗਾ ਕਿ ਦਿੱਲੀ ਦੀ ਜਿਹੜੀ ਆ ਵਿਧਾਨ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਦੇ ਨੇ 3 ਕਾਲੇ ਕਾਨੂੰਨ ਪਾੜੇ ਔਰ ਰੱਦ ਕੀਤੇ। ਇਸੇ ਤਰ੍ਹਾਂ ਜਿਹੜੀਆਂ 9 ਸਟੇਡੀਅਮ ਸੀ ਜਿਨ੍ਹਾਂ ਨੂੰ ਜੇਲ੍ਹ 'ਚ ਤਬਦੀਲ ਕਰਨ ਦੀ ਗੱਲ ਬੀਜੇਪੀ ਨੇ ਕੀਤੀ ਸੀਗੀ। ਸੈਂਟਰ ਸਰਕਾਰ ਨੇ ਕਿਹਾ ਸੀਗਾ ਕਿ 9 ਜੇਲ੍ਹਾਂ ਨੇ ਜਿਹੜੀਆਂ 9 ਸਟੇਡੀਅਮ ਨੇ ਇਹਨਾਂ ਨੂੰ ਜੇਲ੍ਹ 'ਚ ਤਬਦੀਲ ਕਰ ਲਓ। ਉਸ ਸਮੇਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ, ਅਰਵਿੰਦ ਕੇਜਰੀਵਾਲ ਜੀ ਨੇ ਕਿਸਾਨ ਦੇ ਨਾਲ ਖੜੇ ਹੋਣ ਦਾ ਸਬੂਤ ਦਿੱਤਾ ਸੀਗਾ। ਇਹ ਜਿਹੜੀ ਮੰਗ ਸੀ ਬੀਜੇਪੀ ਦੀ, ਇਹ ਜਿਹੜੀ ਮੰਗ ਸੀ ਸੈਂਟਰ ਸਰਕਾਰ ਦੀ, ਉਹ ਰੱਦ ਕੀਤੀ ਸੀ, ਉਹ ਠੁਕਰਾਈ ਸੀਗੀ। ਇਹ ਵੀ ਗੱਲ ਆਮ ਆਦਮੀ ਪਾਰਟੀ ਨੇ ਕੀਤੀ। ਔਰ ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਸੰਕੇਤਕ ਤੌਰ 'ਤੇ, ਉਸ ਸਮੇਂ ਵੀ ਕੱਲੀ ਇੱਕ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਨੇ ਸਮੁੱਚੀ ਕੈਬਨਿਟ ਦੇ ਨਾਲ, ਸਮੁੱਚੇ MLA ਦੇ ਨਾਲ, ਸਮੁੱਚੀ ਪੰਜਾਬ ਇਕਾਈ ਦੇ ਨਾਲ, ਸਮੁੱਚੀ ਦੇਸ਼ ਦੀ ਇਕਾਈ ਦੇ ਨਾਲ ਆਮ ਆਦਮੀ ਪਾਰਟੀ ਨੇ ਉੱਥੇ ਕਿਸਾਨਾਂ ਦਾ ਸਾਥ ਦਿੱਤਾ ਔਰ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ। ਸੋ ਲਗਾਤਾਰ ਆਮ ਆਦਮੀ ਪਾਰਟੀ ਜਿਹੜੇ ਕਿਸਾਨ ਦੇ ਨਾਲ ਖੜੀ ਹੈਗੀ। ਪਰ ਲੇਕਿਨ ਕੈਪਟਨ ਸਾਹਿਬ ਲਗਾਤਾਰ ਨਿਸ਼ਾਨਾ ਕਿਹਨੂੰ ਬਣਾ ਰਹੇ ਨੇਗੇ? ਆਮ ਆਦਮੀ ਪਾਰਟੀ ਨੂੰ। ਕੈਪਟਨ ਸਾਹਿਬ ਨਿਸ਼ਾਨਾ ਕਿਹਨੂੰ ਬਣਾ ਰਹੇ ਨੇਗੇ? ਭਗਵੰਤ ਮਾਨ ਨੂੰ। ਕੈਪਟਨ ਸਾਹਿਬ ਨਿਸ਼ਾਨਾ ਕਿਹਨੂੰ ਬਣਾ ਰਹੇ ਨੇਗੇ? ਅਰਵਿੰਦ ਕੇਜਰੀਵਾਲ ਜੀ ਨੂੰ। ਨਿਸ਼ਾਨਾ ਬਣਾਉਣਾ ਕਿਹਨੂੰ ਚਾਹੀਦਾ ਸੀਗਾ? ਖਿਲਾਫ ਕਿਹਦੇ ਬੋਲਣਾ ਚਾਹੀਦਾ ਸੀਗਾ? ਖਿਲਾਫ ਬੋਲਣਾ ਚਾਹੀਦਾ ਸੀ ਬੀਜੇਪੀ ਦੇ, ਖਿਲਾਫ ਬੋਲਣਾ ਚਾਹੀਦਾ ਸੀ ਇਹਨਾਂ 3 ਕਾਲੇ ਕਾਨੂੰਨਾਂ ਦੇ। ਪਰ ਲੇਕਿਨ ਉੱਥੇ ਕੈਪਟਨ ਸਾਹਿਬ ਜਿਹੜੇ ਹੈਗੇ ਨੇ ਚੁੱਪ ਨੇਗੇ। ਇਹ ਗੱਲ ਪੂਰਾ ਪੰਜਾਬ ਜਾਣਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਇਕੱਲੇ ਇਕਲੌਤੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਤੋਂ, ਜਿਨ੍ਹਾਂ ਦੀ ਮੈਂ ਸਮਝਦਾ ਵੀਡੀਓ, ਜਿਨ੍ਹਾਂ ਦੀਆਂ ਉੱਥੇ ਆਡੀਓ ਜਿਹੜੇ ਦੇਸ਼ ਦੀ ਪਾਰਲੀਮੈਂਟ ਵਿੱਚ ਬੋਲਦੇ ਨੇ ਜਦੋਂ, ਉਹ ਹਰ ਘਰ ਦੇ ਵਿੱਚ ਸ਼ਿੰਗਾਰ ਨੇਗੀਆਂ,
हर घर दे विच जिहड़ी आ उन्हां दी गल सरदार भगवंत सिंह मान जी दी पंजाब दे लोकां दे मुद्दिआं दी गल जिहड़ी आ ਉਹ जेकर देश दी पार्लीमेंट चुकदा गा तां कौन आ तां कल्ला सरदार भगवंत सिंह मान आ मैंबर पार्लीमेंट संगरूर तो ਉਹ लगातार पंजाब दे लोकां दी गल चुकदे ने चाहे ਉਹ पाणीआं दी गल होवे चाहे इन्हां काले कानूनां दी गल होवे चाहे बेरोजगारी की गल होवे चाहे चिट फंड कंपनियां की गल होवे जां पंजाब दे जिहड़े नौजवान जिहड़े विदेशां 'च फस जांदे नेगे उन्हां नूं वापस लैके आउण दी गल होवे चाहे जिहड़े साडे नौजवान किसी ना किसी तरीके दे नाल फॉरन दे विच चले गए उन्हां दी किसी दी जिहड़ी आ डैथ हो गई उन्हां दी डैड बॉडीआं बनाउण दी गल होवे ये सारे काम भगवंत सिंह मान जी बाखूबी निभाउंदे ने। पंजाब दे मुख मंत्री साहब ने 2017 ਦੇ ਵਿੱਚ ਤੁਹਾਨੂੰ ਪਤਾ ਕਿ ਕਿੰਨੇ ਵੱਡੇ ਵਾਅਦੇ ਕੀਤੇ ਸੀਗੇ ਕੈਪਟਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਘਰ ਘਰ ਰੁਜ਼ਗਾਰ ਦੇਵਾਂਗਾ। ਕਿੱਥੇ ਗਿਆ ਕੈਪਟਨ ਸਾਹਿਬ ਦਾ ਵਾਅਦਾ? ਅੱਜ 4 ਸਾਲ ਹੋ ਗਏ ਆਪਣੀਆਂ ਨਾਕਾਮੀਆਂ 'ਚ ਪਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਬਣਾ ਕੇ ਆਪਣੀ ਜਿਹੜੀ ਆ ਜਿਹੜਾ ਉਹਨਾਂ ਨੇ ਕੰਮ ਨਹੀਂ ਕੀਤਾ ਉਹਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੇ ਨੇਗੇ। ਕਿੱਥੇ ਗਿਆ ਕਿਸਾਨੀ ਕਰਜ਼ੀ ਮਾਫੀ? ਕੈਪਟਨ ਸਾਹਿਬ ਦਾ ਬਿਆਨ ਸੀਗਾ, ਇਹਨਾਂ ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਦਾ ਬਿਆਨ ਸੀਗਾ, ਹੋਰ ਜਿਹੜੇ ਲੀਡਰ ਉਹਨਾਂ ਦੇ ਬਿਆਨ ਕੀ ਬਿਆਨ ਸੀਗੇ ਕਿ ਪੰਜਾਬ ਦੇ ਵਿੱਚ जिस समय कैप्टन साहब की सरकार बनूगी तो उस समय किसान का मुकम्मल कर्जा माफ होगा, किसान का 100% कर्जा माफी होगी। ये गल कैप्टन साहब के चोण मैनीफेस्टो के ये गल कांग्रेस पार्टी के चोण मैनीफेस्टो के बाखूबी लिखी हुई आ। इस तरह दलितों दी समस्यावां का हल होगा, 5 मरले प्लाट दलितों नूं मिलणगे, 2500 रुपया पेंशन मिलूगी, महंगी बिजली का अंत होगा, जिहड़े एग्रीमेंट ਜਿਹੜੇ ਪਾਵਰ ਪਰਚੇਜ ਐਗਰੀਮੈਂਟ ਸੁਖਬੀਰ ਸਿੰਘ ਬਾਦਲ ਨੇ ਕਰ ਲਏ ਉਹ ਸਾਰੇ ਐਗਰੀਮੈਂਟ ਰੱਦ ਹੋਣਗੇ ਔਰ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਲੈ ਕੇ ਆਂਦੀ ਜਾਊਗੀ। ਕੀ ਹੋਇਆ? ਕੁਝ ਨਹੀਂ ਹੋਇਆ। ਜਿਹੜਾ ਮਾਫੀਆ ਰਾਜ ਸੁਖਬੀਰ ਸਿੰਘ ਬਾਦਲ ਨੇ ਐਸਟੈਬਲਿਸ਼ ਕੀਤਾ ਸੀਗਾ, ਜਿਹੜਾ ਮਾਫੀਆ ਰਾਜ ਅਕਾਲੀ ਦਲ बीजेपी की सांझी देण सीगी, जिस माफिया राज के जन्मदाता अकाली दल बीजेपी सीगी उन्होंने खत्म करने की गल पंजाब के मौजूदा मुख्यमंत्री कैप्टन साहब ने 2017 च कही सीगी। गुटका साहब मत्थे नूं ला के सौं खाधी सी कि मैं 4 हफ्तियां चो पंजाब विचों नशा खत्म कर दूंगा। अज की आ? अज सारा माफिया जिहड़ा लैंड माफिया, सैंड माफिया, लिकर माफिया, ट्रांसपोर्ट माफिया, सारा माफिया जिहड़ा हैगा, ड्रग माफिया, सारा माफिया जिस तरह सुखबीर सिंह बादल चलाउंदा सीगा, जिस तरह जिहड़ा हैगा अकाली दल चलाउंदा सीगा, जिस तरह बीजेपी चलाउंदी सी उस तरीके दे नाल पंजाब का मौजूदा मुख्यमंत्री कैप्टन साहब चला रहा हैगा। कोई बदलाव नहीं आया पंजाब में, कुछ नहीं बदलिया। सिर्फ पहला ये सीगा, पहला अकाली दल वाले लुटते होंदे सीगे, अज कांग्रेस वाले लुट रहे हैं। सो मेरा कहण दा भाव आपदियां नाकामियां छपाउण दे लई, अपनी गलतियां छपाउण दे लई, आपदे जिहड़े हैगे वादे पूरे ना कीते होए नेगे उन्होंने छपाउण दे लई कैप्टन साहब इस तरह की बयानबाजी कर रहे हैं। और दूसरा इस जिहड़ा संघर्ष आ, जिहड़ा किसानी संघर्ष चल रहा ਉਹਦੇ किसानों के मोढे ते रख के 2022 की जिहड़ी इलैक्शन आ गई वो तलाश रहे हैं कैप्टन साहब, क्योंकि 2022 तक जिहड़ा जिन्ने वादे कीते सी पूरे तो कीते नहीं हैगे। लगदा इन्हां नूं आ कि मैं जिन्ने वादे कीते सी पूरे नहीं होए, इस किसानी संघर्ष के उत्ते मोढे ते हत्थ रख के मैं पंजाब दे विच 2022 दे विच किसानां जाऊँगा, लोकां जाऊँगा। पर लेकिन पंजाब के लोगों को पता गा, पंजाब के बच्चे नूं पता गा, पंजाब के जवानों नूं पता गा, पंजाब के किसानी नूं पता गा, पंजाब के हर वर्ग नूं पता गा, पंजाब के दलितां नूं पता गा, पंजाब के ट्रेडर्स नूं पता गा, पंजाब के व्यापारियों नूं पता गा कि कैप्टन साहब ने कांग्रेस पार्टी ने जिन्ने वादे कीते सीगे उन्हां चों एक भी पूरा नहीं कीता। सो मैं समझदा गा ये जिहड़ा ढोंग रच रहे नेगे, जिहड़ी मैं समझदा कैप्टन साहब जिहड़ा बयानबाजी कर रहे हैं ये बेहद बेलोड़ी आ, गैर जिम्मेवार ना कि ये होनी नहीं चाहिए। होना ये चाहिए सीगा कि सीधा देश के प्रधानमंत्री नाल गल करते, देश के गृह मंत्री नाल गल करते, गृह मंत्री कोले गए तुहानूं सारिआं नूं पता गा कि अपने परिवार के रोने रोया है, अपने ईडी के केसां के रोने रोया है कि हाँ मेरे पुत्र नूं बचा दो, हरनिंदर नूं बचा लो, मेरे जवाई नूं बचा लो, मेरी धर्म पत्नी नूं बचा लो। क्योंकि देश के जिस समय अंदोलन चल रहा उस समय जाके अमित शाह नूं मिल के आके उस बाद कहना कि पंजाब की सुरक्षा नूं खतरा गा, देश की सुरक्षा नूं खतरा गा। इहदा मतलब की है जिहड़ी बोली बीजेपी बोलदी आ, जिहड़ी बोली देश का प्रधानमंत्री बोलदा गा, जिहड़ी बोली देश का होम मिनिस्टर बोलदा गा, उही बोली कैप्टन साहब ने उस दिन बोली आ। उस बोली की झलक जिहड़ी आ वो कैप्टन साहब चों मिली आ। क्यों? क्योंकि कैप्टन साहब पंजाब दे विच बीजेपी के नुमाइंदे वजों काम करते हैं। कैप्टन साहब पंजाब में जिहड़ा हैगा बीजेपी के बतौर एजेंट वजों काम करते हैं। ये सारियां गल्लां जिन्ना पिछे समय का संघर्ष चलिया गा जां 4 साल की कारगुजारी आ वो तो बड़ा स्पष्ट जिहड़ा हैगा संकेत मिलदा गा। कल्ला पंजाब का मुख्यमंत्री तुसीं भी सारिआं ने पढ़िया होना, देखिया होना, कल्ला पंजाब का मुख्यमंत्री कैप्टन साहब आ जिहड़ा कि बगैर टाइम लए देश के प्रधानमंत्री नूं मिलण जांदा हुंदा सीगा। हुण जदों किसानी संघर्ष चल रहा, जदों साडे देश का अन्नदाता, जो साडे देश का नौजवान, जो साडे देश के बजुर्ग, साडियां मावां भैणां, साडे बच्चे सिंघू बॉर्डर ते, टिकरी बॉर्डर ते, दिल्ली दीयां सरहदां दे उत्ते
ਦਿੱਲੀ ਦੇ ਬਾਰਡਰ ਤੇ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆਪਣੇ ਲਈ ਇਨਸਾਫ ਮੰਗ ਰਹੇ ਨੇ, ਉਸ ਸਮੇਂ ਕੈਪਟਨ ਸਾਹਿਬ ਨੇ ਆਪਣਾ ਮੂੰਹ ਤਾਂ ਖੁੱਲਣਾ ਦੂਰ ਦੀ ਗੱਲ, ਜਾ ਕੇ ਦੇਸ਼ ਦੇ ਨਾ ਪ੍ਰਧਾਨ ਮੰਤਰੀ ਨੂੰ ਮਿਲੇ ਨੇ, ਨਾ ਕਿਸੇ ਹੋਰ ਮਿਨਿਸਟਰ ਨੂੰ ਮਿਲੇ ਨੇ। ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਸਾਰੀ ਬਿਆਨਬਾਜ਼ੀ ਆਮ ਆਦਮੀ ਪਾਰਟੀ ਦੇ ਖਿਲਾਫ, ਭਗਵੰਤ ਮਾਨ ਜੀ ਦੇ ਖਿਲਾਫ, ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਸਿਰਫ ਤੇ ਸਿਰਫ ਔਨ ਬਿਹਾਫ ਆਫ ਜਿਹੜਾ ਹੈਗਾ ਬੀਜੇਪੀ ਕਰ ਰਿਹਾ। ਜਿਸ ਤਰ੍ਹਾਂ ਬੀਜੇਪੀ ਲਿਖ ਕੇ ਭੇਜਦੀ ਆ, ਜਿਸ ਤਰ੍ਹਾਂ ਦੇ ਪ੍ਰੈਸ ਨੋਟ ਬੀਜੇਪੀ ਭੇਜਦੀ ਆ, ਉਹਨਾਂ ਤੇ ਜਿਹੜਾ ਹੈਗਾ ਦਸਤਖਤ ਕਰਕੇ ਕੈਪਟਨ ਸਾਹਿਬ ਉਹਨਾਂ ਨੂੰ ਜਾਰੀ ਕਰਦੇ ਨੇ। ਸੋ ਅੱਜ ਪੰਜਾਬ ਦੇ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਕੈਪਟਨ ਸਾਹਿਬ ਜਿਹੜੇ ਹੈਗੇ ਨੇ ਉਹ ਬੀਜੇਪੀ ਦੇ ਬੁਲਾਰੇ ਬਣੇ ਹੋਏ ਨੇਗੇ, ਸਿਰਫ ਆਪਣੀਆਂ ਨਾਕਾਮੀਆਂ, ਆਪਣੀਆਂ ਗਲਤੀਆਂ ਛੁਪਾਉਣ ਦੇ ਲਈ। ਸੋ ਹੁਣ ਮੈਂ ਬੇਨਤੀ ਕਰੂੰਗਾ ਗਗਨ ਅਨਮੋਲ ਮਾਨ ਜੀ ਨੂੰ, ਕਿਉਂਕਿ ਜਿਹੜਾ ਦੂਜਾ ਸਾਡਾ ਮੇਨ ਇੰਪੋਰਟੈਂਟ ਮਾਮਲਾ ਗਾ, ਖਾਸ ਕਰਕੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ, ਇਹ ਤੁਹਾਨੂੰ ਲੋਹੜੀ ਦੇ ਨਾਲ ਜਿਹੜਾ ਅਸੀਂ ਇੱਕ ਪ੍ਰੋਗਰਾਮ ਉਲੀਕਿਆ ਗਾ, ਉਹਦੇ ਬਾਰੇ ਡਿਟੇਲ 'ਚ ਦੱਸਣਗੇ ਅਨਮੋਲ ਗਗਨ ਮਾਨ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ, ਜਿੰਨੇ ਮੇਰੇ ਪੱਤਰਕਾਰ ਵੀਰ ਭੈਣ ਇੱਥੇ ਪਹੁੰਚੇ ਹੋਏ ਆ, ਆਪਣਾ ਕੀਮਤੀ ਸਮਾਂ ਕੱਢਣ ਲਈ ਬਹੁਤ ਸ਼ੁਕਰੀਆ ਸਾਰਿਆਂ ਦਾ। ਜਿੱਦਾਂ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਐਲਓਪੀ ਹਰਪਾਲ ਚੀਮਾ ਬਾਈ ਜੀ ਨੇ ਤੁਹਾਨੂੰ ਜੋ ਪੰਜਾਬ ਦੇ ਵਿੱਚ ਰਾਜਨੀਤਿਕ ਲਾਹੇ ਲਏ ਜਾ ਰਹੇ ਨੇ ਇਸ ਅੰਦੋਲਨ ਦੇ ਵਿੱਚ, ਉਹਨਾਂ ਬਾਰੇ ਚੰਗੀ ਤਰ੍ਹਾਂ ਵਿਸਥਾਰ ਦੇ ਵਿੱਚ ਦੱਸਿਆ। ਸੋ ਅੱਜ ਦਿੱਲੀ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ 2 ਲਾਸ਼ਾਂ ਸਾਡੇ ਕਿਸਾਨ ਵੀਰਾਂ ਦੀਆਂ ਪੰਜਾਬ ਨੂੰ ਆ ਰਹੀਆਂ ਨੇ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਸੰਸਦ ਵਿੱਚ ਹੋਏ ਹਮਲੇ ਨਾਲ ਜਿਹੜੀਆਂ 2 ਮੌਤਾਂ ਹੋਈਆਂ, ਉਹਨਾਂ ਨੂੰ ਟਵੀਟ ਕਰਕੇ ਬੜਾ ਦੁੱਖ ਪ੍ਰਗਟ ਕਰ ਰਿਹਾ ਕਿ ਬੜਾ ਦੁੱਖ ਹੋਇਆ ਵੀ ਅਮਰੀਕਾ ਦੀ ਪਾਰਲੀਮੈਂਟ 'ਚ 2 ਬੰਦੇ ਮਰ ਗਏ, ਜਿਹੜੇ ਇੱਥੇ 70 ਮਰ ਗਏ, ਤੇਰੇ ਦੀਵਾਰ ਤੇ ਤੇਰੇ ਦਰ ਤੇ ਬੈਠੇ ਮਰ ਗਏ, ਠੰਡ 'ਚ ਮਰ ਗਏ, ਤੇਰੇ ਤਸੀਆਂ ਥੱਲੇ ਆ ਕੇ ਮਰ ਗਏ, ਜਿਨ੍ਹਾਂ ਦੀ ਤੂੰ ਸਾਰ ਨਹੀਂ ਲਈ। ਇੱਕ ਤੁਹਾਡੇ ਤੋਂ ਟਵੀਟ ਨਹੀਂ ਹੋਈ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੀ। ਸਾਡੇ 70 ਕਰੋੜ ਦੀ ਆਬਾਦੀ ਜਿਸ ਕਿਸਾਨੀ ਉੱਤੇ ਨਿਰਭਰ ਆ, ਉਹ ਅੱਜ 5 ਲੱਖ ਦੀ ਆਬਾਦੀ ਦਿੱਲੀ ਦੇ ਬਾਰਡਰ ਤੇ ਬੈਠੀ ਆ, ਉਹਦੇ ਲਈ ਇੱਕ ਟਵੀਟ ਨਹੀਂ ਹੋਇਆ ਇਹਨਾਂ ਤੋਂ ਕਿ ਮੈਨੂੰ ਦੁੱਖ ਹੈ ਕਿ ਹਰ ਰੋਜ਼ 2 ਕਿਸਾਨ ਕੋਈ ਹਾਰਟ ਅਟੈਕ ਨਾਲ ਮਰ ਰਿਹਾ, ਨੌਜਵਾਨਾਂ ਦੀ ਮੌਤ ਹੋ ਰਹੀ ਆ, ਉਹਦੇ ਲਈ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਦੁੱਖ ਨਹੀਂ ਆ। ਸੋ ਇਹੋ ਜਿਹੇ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ ਜਿਸ ਦੇਸ਼ ਦੇ ਵਿੱਚ ਗੁੰਡਾ ਤੰਤਰ ਹੈ, ਜਿਸ ਲੋਕਤੰਤਰ ਸਿਰਫ ਨਾਮ ਦਾ ਹੈ। ਅਸੀਂ ਦੇਸ਼ ਦੀ ਜਿਹੜੀ ਆਵਾਮ ਆ, ਜਨਤਾ, ਅਸੀਂ ਲੋਕਤੰਤਰ ਨੂੰ ਪਿਆਰ ਕਰਦੇ ਹਾਂ, ਸੰਵਿਧਾਨ ਦੀ ਸਤਿਕਾਰ ਕਰਦੇ ਹਾਂ। ਪਰ ਇਹ ਦੇਸ਼ ਦੇ ਜਿਹੜੇ ਲੀਡਰ ਨੇ, ਜਿਨ੍ਹਾਂ ਨੇ ਸਾਰਿਆਂ ਨੂੰ ਪਤਾ ਵੀ 73 ਸਾਲ ਹੋ ਗਏ, ਉਹ ਤੋਂ ਪਹਿਲਾਂ ਤਾਂ ਮੁਗਲਾਂ ਨੇ, ਗੋਰਿਆਂ ਨੇ ਰਾਜ ਕੀਤਾ, ਹੁਣ ਅਸੀਂ ਆਪਣੇ ਦੀ ਗੁਲਾਮੀ ਕਰ ਰਹੇ ਹਾਂ। ਤੇ ਆ ਜਿਹੜਾ ਨਰਿੰਦਰ ਮੋਦੀ ਆ, ਇਹਨੇ ਜਿਹੜੀਆਂ ਹੱਦਾਂ ਟੱਪੀਆਂ ਨੇ, ਇਹਨੇ ਜਿਹੜੇ ਸ਼ਰੇਆਮ ਗੁੰਡਾ ਤੰਤਰ ਚਲਾਇਆ, ਡਿਕਟੇਟਰਸ਼ਿਪ ਚਲਾਈ ਆ, ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ। ਤੈਨੂੰ ਆਪਣੇ ਕਿਸਾਨਾਂ ਦੀ ਸਾਰ ਨਹੀਂ ਆ ਜਿਹੜੇ ਰੋਜ਼ ਮਰ ਰਹੇ ਨੇ। ਤੂੰ ਨਹੀਂ ਦੇਖ ਰਿਹਾ ਕਿ ਜਿਹੜੇ ਤੇਰੇ ਕਾਲੇ ਕਾਨੂੰਨ ਬਣਾਏ ਅਸੀਂ ਉਹਨਾਂ ਨੂੰ ਨਕਾਰ ਰਹੇ ਹਾਂ, ਬੱਚਾ ਬੱਚਾ ਨਕਾਰ ਰਿਹਾ। ਹਲੇ ਕਹਿ ਰਹੇ ਨੇ ਕਿ ਜਿਹੜਾ ਇਹ ਅੰਦੋਲਨ ਆ ਉਹ ਕਿਸਾਨ ਨਹੀਂ ਚਲਾ ਰਹੇ। ਤੇ ਇਸੇ ਚੀਜ਼ ਲਈ 13 ਤਰੀਕ ਨੂੰ ਲੋਹੜੀ ਹੈ, ਉਹ ਅਸੀਂ ਸ਼ਹੀਦਾਂ ਨੂੰ ਸਮਰਪਿਤ ਕਰਾਂਗੇ, ਉਹਨਾਂ ਲਈ ਅਰਦਾਸ ਕਰਾਂਗੇ। ਇਹਦੇ ਜਿਹੜੇ ਕਾਲੇ ਕਾਨੂੰਨ ਆ, ਇਹਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹਨੂੰ ਇੱਕ ਭਾਸ਼ਾ ਬੜੀ ਸਮਝ ਆਉਂਦੀ ਹੈ ਵੀ ਤਾਲੀ ਵਜਾ ਲਓ, ਥਾਲੀ ਵਜਾ ਲਓ, ਦੀਵੇ ਜਲਾ ਲਓ। ਇਸ ਵਾਰ ਆਪਾਂ ਲੋਹੜੀ ਉੱਤੇ ਉਹ ਕਾਲੇ ਬਿੱਲ, ਆਪਾਂ ਤਿਲਾਂ ਦੀ ਥਾਂ ਤੇ ਕਾਲੇ ਬਿੱਲ ਪਾਵਾਂਗੇ। ਇੱਧਰੋਂ ਇਹ ਬਿੱਲ ਮੱਚਣਗੇ, ਇੱਧਰੋਂ ਇਹ ਬਿੱਲ ਮੱਚੂਗਾ, ਉੱਧਰੋਂ ਮੋਦੀ ਦਾ ਦਿਲ ਮੱਚੂਗਾ। ਇੱਧਰੋਂ ਇਹ ਬਿੱਲ ਮੱਚੂਗਾ, ਉੱਧਰੋਂ ਬੀਜੇਪੀ ਵਾਲਿਆਂ ਦਾ, ਅਡਾਨੀ ਅੰਬਾਨੀ ਦਾ ਦਿਲ ਮੱਚੂਗਾ। ਸੋ ਇਹਨੂੰ ਸ਼ਾਇਦ ਇਹ ਭਾਸ਼ਾ ਸਮਝ ਆ ਜਾਵੇ, ਕਿਉਂਕਿ ਇਹ ਇਸੇ 'ਚ ਹੀ ਸਮਝਦਾ ਡਰਾਮੇ ਕਰ ਕਰਕੇ ਇਹਨੇ ਜਿਹੜਾ ਦੇਸ਼ ਨੂੰ ਖਰਾਬ ਕੀਤਾ। ਨਾ ਇਹਦੇ ਕੋਲੇ ਸਿਸਟਮ, ਨਾ ਨੀਤੀ, ਨਾ ਨੀਤ, ਨਾ ਇਹਨਾਂ ਕੋਲੇ ਲੈਣਾ ਦੇਣਾ। ਇਸ ਇੱਕ ਕਹਿ ਲਓ ਕਿ ਪਾਗਲ ਬੰਦੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ, ਚਾਹ ਵੇਚਣ ਵਾਲੇ ਨੂੰ, ਜਿਹਨੂੰ ਡੱਕਾ ਹੀ ਨਹੀਂ ਪਤਾ ਕਿ ਦੇਸ਼ ਨੂੰ ਕਿਵੇਂ ਚਲਾਉਣਾ। ਲੋਕਾਂ ਨੂੰ ਲੱਗਦਾ ਸੀ ਵੀ ਗਰੀਬੀ 'ਚ ਉੱਠਿਆ, ਹਮਦਰਦੀ ਹੋਣੀ। ਮੈਨੂੰ ਇਸ ਚੀਜ਼ ਤੇ ਸ਼ੱਕ ਆ ਕਿ ਇਹਨੇ ਕਦੇ ਵੀ ਚਾਹ ਨਹੀਂ ਵੇਚੀ। ਇਹ ਇੱਕ ਮਨ ਘੜਤ ਕਹਾਣੀ ਹੈ ਜਿਹੜੇ 'ਚ ਇਹਦਾ ਇੱਕ ਪੂਰੀ ਸ਼ਖਸੀਅਤ ਨੂੰ ਖੜਾ ਕੀਤਾ ਗਿਆ। ਸੋ ਤੇਰਾ ਇਹ ਲੁੱਟਣਾ ਅਸੀਂ ਨਕਾਰਦੇ ਹਾਂ। ਹੁਣ ਜਿਹੜੇ ਦੇਸ਼ ਦੇ ਕਾਨੂੰਨ ਬਣਾਉਣ ਤੋਂ ਪਹਿਲਾਂ ਤੁਸੀਂ ਲੋਕਾਂ ਤੋਂ ਪੁੱਛੋਗੇ, ਤੁਹਾਡੀ ਮਰਜ਼ੀ ਨਾਲ ਦੇਸ਼ 'ਚ ਕਾਨੂੰਨ ਨਹੀਂ ਬਣਨਗੇ। ਤੁਹਾਨੂੰ ਪਤਾ ਲੱਗ ਗਿਆ ਹੋਣਾ। ਰਹੀ ਗੱਲ ਕੈਪਟਨ ਅਮਰਿੰਦਰ ਦੀ, ਜਦੋਂ ਮੋਦੀ ਦੀਆਂ ਜੜ੍ਹਾਂ ਉਖਾੜਤੀਆਂ, ਹੁਣ ਪੰਜਾਬ ਦੇ ਕਿਸਾਨਾਂ ਲਈ, ਪੰਜਾਬੀਆਂ ਲਈ ਆ ਲੋਕਲ ਸਰਕਾਰਾਂ ਦੀਆਂ ਜੜ੍ਹਾਂ ਉਖਾੜਨੀਆਂ ਕੋਈ ਔਖਾ ਨਹੀਂ ਆ। ਸੋ ਬਿੱਲ ਬਣਾਉਣ ਤੋਂ ਪਹਿਲਾਂ ਧਿਆਨ ਰੱਖਿਓ ਕਿ ਲੋਕਾਂ ਤੋਂ ਪੁੱਛਿਓ ਡਿਟੇਲ ਦੇ ਵਿੱਚ। ਲੋਕ ਡਿਸਾਈਡ ਕਰਨਗੇ ਕਿ ਸਾਨੂੰ ਬਿੱਲ ਚਾਹੀਦਾ ਕਿ ਨਹੀਂ ਚਾਹੀਦਾ। ਇਹ ਲੋਕਤੰਤਰ ਆ, ਇਹ ਡਿਕਟੇਟਰਸ਼ਿਪ, ਤਾਨਾਸ਼ਾਹ ਜਾਂ ਗੁੰਡਾ ਤੰਤਰ ਨਹੀਂ ਆ। ਅਸੀਂ ਬੜੀ ਦੇਰ ਹੋ ਗਏ ਇਹ ਜ਼ੁਲਮ ਝੱਲਦਿਆਂ ਨੂੰ। ਸੋ ਅੱਜ
ਜਿਹੜਾ 5 ਲੱਖ ਕਿਸਾਨ ਉੱਥੇ ਬਿੱਲ ਜਲਾਊਗਾ ਤੇ ਅਸੀਂ ਜਿੰਨੀ ਆਮ ਆਦਮੀ ਪਾਰਟੀ ਦੇ ਵਰਕਰਸ ਨੇ, ਵਲੰਟੀਅਰਸ ਨੇ, ਲੀਡਰਸ ਨੇ, ਉਹਨਾਂ ਨੇ ਸਾਰਿਆਂ ਨੇ ਲੋਹੜੀ 13 ਤਰੀਕ ਨੂੰ ਅਰਦਾਸ ਕਰਨੀ ਆ ਵਾਹਿਗੁਰੂ ਕੋਲੇ ਤੇ ਅਸੀਂ ਈਸਰਾ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ। ਠੀਕ ਹੈ, ਜਿਹੜਾ ਦਲਿੱਦਰ ਆ ਇਹ ਮੋਦੀ ਲੈ ਕੇ ਆਇਆ, ਅਸੀਂ ਅਰਦਾਸ ਕਰਾਂਗੇ ਜਲਦੀ ਖਤਮ ਹੋ ਜਾਵੇ, ਲੋਕਾਂ ਦੀ ਸੁਣੀ ਜਾਵੇ, ਇੱਕ ਲੋਕਾਂ ਦੀ ਸਰਕਾਰ ਬਣੇ, ਲੋਕਾਂ ਦੇ ਚੁਣੇ ਹੋਏ ਚੰਗੇ ਬੰਦੇ ਹੋਣ, ਇਹਨਾਂ ਨੂੰ ਚੁਣ ਕੇ ਆਪਣੇ ਦੇਸ਼ ਨੂੰ ਨਾ ਵੇਚੋ। ਹੁਣ ਸਮਝ ਆ ਗਈ ਆ ਕਾਫੀ, ਜਿਹੜਾ ਸਾਡੇ ਨੌਜਵਾਨ ਪੀੜ੍ਹੀ ਆ ਜਾਗਰੂਕ ਹੋ ਗਈ ਹੈ। ਮੈਂ ਉਮੀਦ ਕਰਦੀ ਹਾਂ ਕਿ ਦੁਬਾਰਾ ਅਸੀਂ ਇਹ ਇਤਿਹਾਸ ਨਹੀਂ ਦੁਹਰਾਵਾਂਗੇ। ਮੋਦੀ ਵਰਗੇ ਪੂਰੇ ਭਾਰਤ ਨੂੰ ਮੈਂ ਅਪੀਲ ਕਰਦੀ ਹਾਂ, ਵਸਦੇ ਪੰਜਾਬੀਆਂ ਨੂੰ ਤੇ ਹਰ ਇਸ ਜਿਹੜਾ ਵੀ ਸਾਡਾ ਨੌਜਵਾਨ ਆ, ਹਰ ਵਰਗ ਨੂੰ, ਕਿ ਇਸ ਮੋਦੀ ਨੂੰ ਦੇਸ਼ ਵਿੱਚੋਂ ਕੱਢੋ, ਕੁਛ ਨਾ ਕੁਛ ਇਹਦਾ ਹੀਲਾ ਕਰੋ, ਨਹੀਂ ਤੇ ਦੇਸ਼ ਇਹਨੇ ਵੇਚ ਦਿੱਤਾ ਹੈ, ਬਿਲਕੁਲ ਹੀ ਕੰਗਾਲ ਲਿਆ ਕੇ ਸਾਨੂੰ ਖੜਾ ਕਰ ਦਊਗਾ। ਸੋ 13 ਤਰੀਕ ਨੂੰ ਅਸੀਂ ਲੋਹੜੀ ਹੈ ਜਿਹੜੀ ਉਹ ਕਾਲੇ ਕਾਨੂੰਨਾਂ ਨੂੰ ਸਾੜ ਕੇ ਵਾਲਾਂਗੇ। ਮੈਂ ਸਾਰੇ ਪੰਜਾਬੀਆਂ ਨੂੰ ਕਹਿੰਦੀ ਕਿ ਘਰ ਘਰ ਦੇ ਵਿੱਚ ਆਪਣੀਆਂ ਫੋਟੋ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਿਓ ਤਾਂ ਕਿ ਮੋਦੀ ਨੂੰ ਪਤਾ ਲੱਗੇ, ਇਸ ਗੁੰਡਾ ਤੰਤਰ ਨੂੰ ਚਲਾਉਣ ਵਾਲੇ ਨੂੰ ਪਤਾ ਲੱਗੇ, ਜਿਹਨੂੰ ਅਮਰੀਕਾ ਦੀ ਪਾਰਲੀਮੈਂਟ 'ਚ ਮਰੇ 2 ਇਨਸਾਨਾਂ ਦਾ ਬੜਾ ਦੁੱਖ ਆ, ਕਿ ਅਸੀਂ ਇੱਕ ਇੱਕ ਘਰ ਤੇਰੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਆ। ਤੈਨੂੰ ਇਹ ਤਰੀਕੇ ਬੜੇ ਪਸੰਦ ਆ, ਸ਼ਾਇਦ ਉਹਨੂੰ ਇਸ ਤਰੀਕੇ ਨਾਲ ਸਮਝ ਆ ਜਾਵੇ ਜੀ। ਹਾਂਜੀ ਜੀ ਕੁਐਸਚਨ ਜਿਵੇਂ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਲੋਹੜੀ ਤੇ ਤੁਸੀਂ ਬਿੱਲ ਪਾੜੋਗੇ, ਇਹਦੇ ਇਲਾਵਾ ਇਹ ਵੀ ਗੱਲ ਭਗਵੰਤ ਕੇਜਰੀਵਾਲ ਜੀ ਨੇ ਬਿੱਲ ਪਾੜੇ ਸੀ, ਕਿਸਾਨਾਂ ਨੂੰ ਬਿੱਲ ਪਾੜਨ ਨਾਲ ਕੀ ਫਾਇਦਾ ਹੋਏਗਾ? ਦੇਖੋ, ਦੇਸ਼ ਦੇ ਕਿਸਾਨ ਅੱਜ ਪ੍ਰੋਟੈਸਟ ਕਰ ਰਹੇ ਨੇ, ਇਹ ਵੀ ਇੱਕ ਪ੍ਰੋਟੈਸਟ ਦਾ ਤਰੀਕਾ ਹੈਗਾ। ਕਿਸਾਨਾਂ ਨੂੰ ਵੈਸੇ ਨਾ ਬਹੁਤ ਵੱਡਾ ਫਾਇਦਾ ਹੋਊਗਾ, ਦੇਸ਼ ਦੇ ਲੋਕਾਂ ਦੇ ਵਿੱਚ ਬਹੁਤ ਵੱਡੀ ਆਵਾਜ਼ ਜਾਊਗੀ ਕਿ ਜਿਸ ਤਰ੍ਹਾਂ ਮੈਂ ਸਮਝਦਾ ਇੱਕ ਤਿਉਹਾਰ ਦੇ ਵਿੱਚ ਵੀ ਜਿਹੜਾ ਹੈਗਾ, ਇੱਕ ਤਿਉਹਾਰ ਦੇ ਸਮੇਂ ਵੀ ਲੋਕ ਜਿਹੜਾ ਹੈਗਾ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ, ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਨੇਗੇ। ਸੋ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਜਾਊਗਾ। ਅਸੀਂ ਉਹ ਮੈਸੇਜ ਦੇਣ ਦੇ ਲਈ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਆ ਕਿ ਸਾਰੇ ਜਿਹੜੇ ਹੈਗੇ ਨੇਗੇ ਇਹ ਦੀਵਾਲੀ ਦੇ ਉੱਤੇ ਇਸ ਲੋਹੜੀ ਦੇ ਉੱਤੇ ਜਿਹੜਾ ਹੈਗਾ ਕਾਲੇ ਕਾਨੂੰਨ ਸਾੜ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰੋ। ਉੱਤਰਾਖੰਡ ਵਿੱਚ ਇੱਕ ਰੈਲੀ ਹੋਈ ਸੀ ਜਿਸ ਵਿੱਚ ਆਪ ਦੇ ਝੰਡੇ ਉੱਪਰ ਸੀ ਲੇਕਿਨ ਕਿਸਾਨਾਂ ਦੇ ਝੰਡੇ ਨਹੀਂ ਸੀ, ਉਹ ਕਿਉਂ? ਦੇਖੋ, ਮੈਨੂੰ ਉੱਤਰਾਖੰਡ ਬਾਰੇ, ਇਸ ਰੈਲੀ ਬਾਰੇ ਨਹੀਂ ਪਤਾ, ਸੋ ਮੈਂ ਇਸ ਬਾਰੇ ਕਮੈਂਟ ਨਹੀਂ ਕਰਦਾ। ਹਾਂਜੀ ਸਰ, ਕਰਨਾਲ ਦੇ ਵਿੱਚ ਜੋ ਇਨਸੀਡੈਂਟ ਹੋਇਆ, ਅੱਜ ਕਿਸਾਨਾਂ ਨੇ ਜਿਹੜੀ ਹਰਿਆਣਾ ਦੇ ਵੱਲੋਂ ਕਿਸਾਨ ਸਭਾ ਕਰਾਈ ਜਾ ਰਹੀ ਸੀ, ਉਸਦੀ ਸਟੇਜ ਤੋੜਤੀ, ਭੰਨਤੋੜ ਕੀਤੀ ਗਈ ਸਮਾਗਮ ਦੀ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਕਿਸਾਨ ਅੰਦੋਲਨ ਦੇ ਦੌਰਾਨ ਕੋਈ ਵੀ ਇਸ ਤਰ੍ਹਾਂ ਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ, ਕੋਈ ਵੀ ਜਿਹੜਾ ਨਹੀਂ ਹੋਣਾ ਚਾਹੀਦਾ। ਇਹ ਅਮਨਪੂਰਵਕ ਰਹਿਣਾ ਚਾਹੀਦਾ, ਕਿਉਂਕਿ ਅੱਜ ਤੱਕ ਕਿਸਾਨ ਅੰਦੋਲਨ ਜੇਕਰ ਅੱਜ ਤਾਕਤ ਬਣਿਆ ਹੈਗਾ ਤਾਂ ਉਹ ਇਸ ਗੱਲ ਕਰਕੇ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੰਮ ਨਹੀਂ ਹੋਇਆ ਜਿਹਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਔਖੀ ਹੋਵੇ। ਸੋ ਮੈਂ ਸਮਝਦਾ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ, ਕਿਉਂਕਿ ਕਿਸਾਨ ਜਿਹੜੇ ਹੈਗੇ ਨੇ ਇਕਜੁੱਟ ਰਹਿਣੇ ਚਾਹੀਦੇ ਨੇ, ਕਿ ਯੂਨਾਈਟ ਰਹਿਣੇ ਚਾਹੀਦੇ ਨੇ। ਜਦ ਤੱਕ ਯੂਨਾਈਟ ਨੇ ਤਾਂ ਜਾ ਕੇ ਮੈਂ ਸਮਝਦਾ ਫਤਿਹ ਕਰ ਸਕਦੇ ਨੇ। ਚੀਮਾ ਸਾਹਿਬ, ਇੱਕ ਛੋਟਾ ਸਵਾਲ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਸ਼ੁਰੂਆਤ ਕੈਪਟਨ ਸਾਹਿਬ ਤੋਂ ਹੋਈ, ਫਿਰ ਮੋਦੀ ਸਾਹਿਬ ਤੇ ਪਹੁੰਚੇ। ਪਿਛਲੇ 4 ਪ੍ਰੈਸ ਕਾਨਫਰੰਸਿਸ ਤੋਂ ਪਹਿਲਾਂ ਪ੍ਰਾਇੋਰਟੀ ਜਿਹੜੀ ਹੈ ਉਹ ਕੈਪਟਨ ਸਾਹਿਬ ਦਾ ਮੁੱਦਾ ਰਿਹਾ ਹੈ। ਆਮ ਆਦਮੀ ਪਾਰਟੀ ਲਈ ਪ੍ਰਾਇੋਰਟੀ ਪਹਿਲਾਂ ਕੀ ਹੈ, ਪੰਜਾਬ ਦੇ ਮੁੱਖ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ? ਦੇਖੋ, ਇਸ ਸਮੇਂ ਦੋਨੇ ਜਿਹੜੀਆਂ ਪ੍ਰਾਇੋਰਟੀਜ਼ ਨੇਗੀਆਂ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਇਹਨਾਂ ਕਾਲੇ ਕਾਨੂੰਨ ਜਿਹੜਾ ਬਣਾਉਣ ਨੂੰ ਲੈ ਕੇ ਸਹਿਮਤੀ ਦਿੱਤੀ ਹੋਈ ਹੈ। ਸਭ ਨੂੰ ਪਤਾ, ਤੁਹਾਨੂੰ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਬੜਾ ਸਪਸ਼ਟ ਕਿ ਜੇਕਰ ਉਹ ਕਾਂਗਰਸ ਪਾਰਟੀ ਸਰਕਾਰ ਆਉਂਦੀ ਤਾਂ ਉਹ ਕਾਲੇ ਕਾਨੂੰਨ ਲੈ ਕੇ ਆਉਂਦੀ। ਅੱਜ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਗਈ ਤਾਂ ਬੀਜੇਪੀ ਲੈ ਕੇ ਆਈ ਜਾਏਗੀ। ਸੋ ਸਾਡੀਆਂ ਦੋਨੇ ਪ੍ਰਾਇੋਰਟੀ ਨੇ। ਮੋਦੀ ਸਾਹਿਬ ਇਸ ਸਮੇਂ ਮੈਂ ਸਮਝਦਾਗਾ ਮੋਦੀ ਸਾਹਿਬ ਦੇ ਜਿਹੜਾ ਹੈਗਾ ਬਤੌਰ ਏਜੰਟ ਪੰਜਾਬ ਵਿੱਚ ਕੈਪਟਨ ਸਾਹਿਬ ਕੰਮ ਕਰ ਰਹੇ ਨੇਗੇ। ਜਿਸ ਤਰ੍ਹਾਂ ਦੀ ਬਿਆਨਬਾਜ਼ੀ ਮੋਦੀ ਸਾਹਿਬ ਕਰਦੇ ਨੇ ਜਾਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਆ ਬੀਜੇਪੀ ਕਰਦੀ ਆ, ਸੇਮ ਲਾਈਨ ਦੇ ਉੱਤੇ ਸੇਮ ਤਰੀਕੇ ਦੇ ਨਾਲ ਜਿਹੜਾ ਹੈਗਾ ਕੈਪਟਨ ਸਾਹਿਬ ਕਰ ਰਹੇ ਨੇ। ਸਰ, ਆਮ ਆਦਮੀ ਪਾਰਟੀ ਪੰਜਾਬ ਦਾ ਇੱਕ ਬਿਆਨ ਸੀ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ 'ਚ ਸੁਪਰੀਮ ਕੋਰਟ ਦਾ ਵੀ ਰੁਖ ਕਰ ਸਕਦੀ ਹੈ, ਉਸ ਦੇ ਲਈ ਲੀਗਲ ਐਡਵਾਈਸ ਲਈ ਜਾ ਰਹੀ ਹੈ। ਤੁਸੀਂ ਬਕਾਇਦਾ ਤੌਰ ਤੇ ਪਿੰਡਾਂ ਦੇ ਵਿੱਚ ਇੱਕ ਮਤੇ ਵੀ ਪਵਾਏ ਕਿ ਗ੍ਰਾਮ ਸਭਾ ਬੁਲਾਓ, ਪਿੰਡ ਬਚਾਓ। ਇੱਕ ਤਾਂ ਉਹਨਾਂ ਮਤਿਆਂ ਦਾ ਕੀ ਕੀਤਾ ਗਿਆ ਹੁਣ ਤੱਕ, ਔਰ ਦੂਜੇ ਪਾਸੇ ਜਦੋਂ ਕੈਪਟਨ ਅਮਰਿੰਦਰ ਸਿੰਘ ਸੁਪਰੀਮ ਕੋਰਟ ਜਾਣ ਦੀ ਗੱਲ ਕਰਦੇ ਨੇ ਤਾਂ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਦੇ ਇਸ਼ਾਰੇ ਤੇ ਜਾ ਰਹੇ ਆ, ਪਰ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਤੁਸੀਂ ਕਿਉਂ ਗੱਲ ਕਰ ਰਹੇ ਸੀ? ਦੇਖੋ, ਅੱਜ ਇੱਕ ਰਿਟ ਪਟੀਸ਼ਨ ਜਿਹੜੀ ਕੱਲ੍ਹ ਲੱਗੀ ਹੈਗੀ ਉਹਦੇ ਵਿੱਚ ਪੰਜਾਬ ਵੀ ਪਾਰਟੀ ਆ, ਉਹਦੇ ਵਿੱਚ ਪੰਜਾਬ ਸਰਕਾਰ ਵੀ ਪਾਰਟੀ ਆ। ਪੰਜਾਬ ਸਰਕਾਰ ਨੇ ਵੀ ਆਪਣਾ ਪੱਖ ਰੱਖਣਾ ਗਾ। ਕੈਪਟਨ ਸਾਹਿਬ ਨੇ ਜਿਹੜੀ ਰਿਟ ਪਟੀਸ਼ਨ ਪਾਉਣ ਦੀ ਗੱਲ ਕਰਦੇ ਨੇ, ਜਿਹੜੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਰਦੇ, ਉਹਦੇ 'ਚ ਪੰਜਾਬ ਦਾ ਪੱਖ ਹੁਣ ਤੱਕ ਕਿਉਂ ਨਹੀਂ ਰੱਖਿਆ ਗਿਆ? ਪੰਜਾਬ ਦੇ ਕਿਸਾਨਾਂ ਦਾ ਪੱਖ ਕਿਉਂ ਨਹੀਂ ਰੱਖਿਆ ਗਿਆ? ਹੁਣ ਤੱਕ ਜਿੰਨਾ AG ਆਫਿਸ ਆ, ਜਿਹੜਾ ਐਡਵੋਕੇਟ ਜਨਰਲ ਦਾ ਆਫਿਸ ਆ, ਜਿੰਨੇ ਕੇਸ ਪਏ ਨੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਲਾ ਲਓ, ਚਾਹੇ ਸਮੇਤ ਸੈਣੀ ਤੇ ਲਾ ਲਓ, ਚਾਹੇ SYL ਤੇ ਲਾ ਲਓ, ਸਾਰੇ ਕੇਸਾਂ ਦੇ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਹਾਰੀ ਆ।
ਪੰਜਾਬ ਸਰਕਾਰ ਲਗਾਤਾਰ ਫੇਲ ਹੋ ਰਹੀ ਆ, ਕਿਉਂਕਿ ਤੁਹਾਨੂੰ ਪਤਾ ਗਾ ਕਿ ਲੋੜ ਤੋਂ ਪਹਿਲਾਂ ਇੱਕ ਰਿਟ ਪਟੀਸ਼ਨ ਜਿਹੜੀ ਆ ਲਖੋਵਾਲ ਸਾਹਿਬ ਨੇ ਪਾਈ ਸੀ, ਸਾਰੀਆਂ ਕਿਸਾਨ ਜਥੇਬੰਦੀਆਂ ਨੇ ਤਾਂ ਵਿਰੋਧ ਕੀਤਾ ਸੀਗਾ। ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਜਿਹੜੀ ਡਰਾਫਟਿੰਗ ਆ, ਜਿਹੜੀ ਮੈਂ ਸਮਝਦਾ ਰਿਟ ਪਟੀਸ਼ਨ ਦੀ ਹੋ ਕੇ ਆਊਗੀ, ਉਹ ਵੀ ਬੀਜੇਪੀ ਦੇ ਘਰੋਂ ਹੋ ਕੇ ਆਊਗੀ। ਸੋ ਇਹ ਹੁਣ ਤੱਕ ਕੈਪਟਨ ਸਾਹਿਬ ਨੇ ਕਿਉਂ ਨਹੀਂ ਪਾਈ, ਹੁਣ ਤੱਕ ਕਿਉਂ ਨਹੀਂ ਜਨਤਕ ਕੀਤੀ, ਹੁਣ ਤੱਕ ਉਹ ਕਦੋਂ ਕਰੂਗਾ, ਕਦੋਂ ਕੈਪਟਨ ਸਾਹਿਬ ਨੂੰ ਜਨਤਕ ਕਰਨਗੇ? ਸਾਲ ਤੱਕ ਕਰਨਗੇ, 6 ਮਹੀਨੇ ਤੱਕ ਕਰਨਗੇ? ਕਿਸਾਨ ਸੰਘਰਸ਼ ਕਿੱਥੇ ਪਹੁੰਚ ਗਿਆ? ਜਿਸ ਤਰ੍ਹਾਂ ਸਾਡੀ ਛੋਟੀ ਭੈਣ ਨੇ ਕਿਹਾਗਾ ਕਿ ਕਿਸਾਨ ਲਗਭਗ 70 ਤੋਂ ਉੱਪਰ ਦੀ ਮੌਤ ਹੋ ਚੁੱਕੀ ਆ, ਲਗਾਤਾਰ ਕਿਸਾਨਾਂ ਦੀ ਜਿਹੜੀ ਜਾਨ ਜਾ ਰਹੀ ਹੈ, ਔਰ ਕੈਪਟਨ ਸਾਹਿਬ ਘਰੇ ਬੈਠੇ ਆਪਦਾ ਐਸ਼ ਕਰ ਰਹੇ ਨੇਗੇ। ਥੈਂਕ ਯੂ ਜੀ। ਥੈਂਕ ਯੂ, ਮਿਹਰਬਾਨੀ। ਚਾਹ ਪੀ ਲਈ।